ਵਾਹਿਗੁਰੂ ਜੀ। ਆਗਮ ਆਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰਬਾਣੀ ਦੀ ਵਿਚਾਰ ਨੂੰ ਲੜੀਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ ਆਓ ਅਗਲੀ ਪੌੜੀ ਦੀ ਵਿਚਾਰ ਕਰਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਇੱਥੇ ਪੰਚ ਦਾ ਭਾਵ ਉਹ ਹੈ ਜੋ ਪਿਛਲੀਆਂ ਪੌੜੀਆਂ ਦੇ ਵਿੱਚ ਆਪਾਂ ਵਿਚਾਰ ਕੀਤੀ ਹੈ ਕਿ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਹੈ, ਸੁਣ ਕੇ ਮਨ ਦੇ ਵਿੱਚ ਵਸਾ ਲਿਆ ਹੈ, ਉਹ ਪੰਚ ਬਣ ਜਾਂਦੇ ਹਨ। ਭਾਵ ਉਹ ਪ੍ਰਵਾਨ ਹਨ, ਵਾਹਿਗੁਰੂ ਦੇ ਦਰ ਤੇ ਉਹ ਪ੍ਰਵਾਨ ਹਨ। ਇਸ ਕਰਕੇ ਪੰਜ ਪ੍ਰਵਾਨ ਪੰਜ ਪ੍ਰਧਾਨ, ਉਹ ਪ੍ਰਧਾਨ ਹਨ, ਭਾਵ ਕਿ ਉਹਨਾਂ ਦਾ ਮਾਣ ਇੱਜ਼ਤ ਇਸ ਸੰਸਾਰ ਦੇ ਵਿੱਚ ਵੀ ਹੁੰਦਾ ਹੈ ਤੇ ਵਾਹਿਗੁਰੂ ਦੇ ਦਰ ਤੇ ਵੀ ਉਹ ਪ੍ਰਵਾਨ ਹੋ ਜਾਂਦੇ ਹਨ। ਪੰਚੇ ਪਾਵੈ ਦਰਗਹਿ ਮਾਨ, ਸੋ ਉਹ ਪੰਜ ਜਨ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਸੁਣ ਕੇ ਮਨ ਦੇ ਵਿੱਚ ਵਸਾ ਲਿਆ ਹੈ, ਉਹ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਵੀ ਮਾਣ ਪਾਉਂਦੇ ਹਨ। ਪੰਚੇ ਸੋ ਹੈ ਦਰ ਰਾਜਾਨ, ਇਸ ਸੰਸਾਰ ਦੇ ਵਿੱਚ ਵੀ ਉਹਨਾਂ ਦੀ ਸ਼ੋਭਾ ਹੁੰਦੀ ਹੈ ਤੇ ਰਾਜਿਆਂ ਦੇ ਰਾਜੇ ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹਦੇ ਦਰ ਦੇ ਉੱਪਰ ਜਾ ਕੇ ਵੀ ਉਹ ਸ਼ੋਭਾ ਪਾਉਂਦੇ ਹਨ। ਪੰਚਾਂ ਕਾ ਗੁਰ ਏਕ ਧਿਆਨ, ਤੇ ਫਿਰ ਉਹਨਾਂ ਦਾ ਧਿਆਨ ਹੈ ਇੱਕ ਪਰਮੇਸ਼ਰ ਦੇ ਵੱਲ ਰਹਿੰਦਾ ਹੈ। ਗੁਰ ਦਾ ਅਰਥ ਇੱਥੇ ਪਰਮੇਸ਼ਰ ਹੈ, ਉਸ ਗੁਰ ਪਰਮੇਸ਼ਰ ਵੱਲ ਹੀ ਉਹਨਾਂ ਦਾ ਹਮੇਸ਼ਾ ਧਿਆਨ ਰਹਿੰਦਾ ਹੈ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸ਼ੁਮਾਰ। ਸ਼ੁਮਾਰ ਦਾ ਅਰਥ ਹੈ ਲੇਖਾ ਜੋਖਾ। ਜੇ ਕੋਈ ਕੋਸ਼ਿਸ਼ ਕਰੇ, ਵਿਚਾਰ ਕਰੇ ਵਾਹਿਗੁਰੂ ਦੇ ਲੇਖੇ ਜੋਖੇ ਦੀ, ਤਾਂ ਉਹ ਕੀਤੀ ਨਹੀਂ ਜਾ ਸਕਦੀ। ਕਰਤੇ ਕੈ ਕਰਣੈ ਨਾਹੀ ਸ਼ੁਮਾਰ, ਵਾਹਿਗੁਰੂ ਬੇਅੰਤ ਹੈ, ਉਸ ਦੀਆਂ ਕਰਨੀਆਂ ਵੀ ਬੇਅੰਤ ਹਨ, ਉਸ ਦੀ ਰਚਨਾ ਵੀ ਬੇਅੰਤ ਹੈ। ਜੇ ਕੋਈ ਉਸ ਦੀ ਵਿਚਾਰ ਕਰਦਾ ਹੈ, ਉਹ ਸ਼ੋਭਾ ਪਾਉਂਦਾ ਹੈ ਵਾਹਿਗੁਰੂ ਦੇ ਦਰ ਤੇ, ਪਰ ਉਸ ਬੇਅੰਤ ਵਾਹਿਗੁਰੂ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕਦਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਨ ਸੂਤ। ਧਰਮ ਹੈ ਜੋ ਦਇਆ ਦੇ ਵਿੱਚੋਂ ਪੈਦਾ ਹੁੰਦਾ ਹੈ, ਦਇਆ ਦਾ ਪੁੱਤਰ ਹੈ। ਜਦੋਂ ਮਨ ਦੇ ਵਿੱਚ ਦਇਆ ਭਾਵਨਾ ਹੁੰਦੀ ਹੈ ਤਾਂ ਹੀ ਧਰਮ ਦੇ ਰਸਤੇ ਤੇ ਮਨੁੱਖ ਚੱਲਦਾ ਹੈ। ਸੋ ਧਰਮ ਜਿਵੇਂ ਧੌਲ ਦਾ ਅਰਥ ਹੈ, ਜਿਵੇਂ ਬਲਦ ਜੋ ਹੈ ਇੱਕ ਧੌਲ ਰੂਪੀ ਜੋ ਧਰਮ ਹੈ, ਉਸ ਦਾ ਜੋ ਆਸਰਾ ਹੈ ਉਹ ਦਇਆ ਹੈ। ਦਇਆ ਦੇ ਵਿੱਚੋਂ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ। ਸੰਤੋਖ ਥਾਪ ਰਖਿਆ ਜਨ ਸੂਤ, ਧਰਮੀ ਬੰਦਿਆਂ ਦੇ ਅੰਦਰ ਹੀ ਫਿਰ ਸੰਤੋਖ ਦੀ ਭਾਵਨਾ ਪੈਦਾ ਹੁੰਦੀ ਹੈ। ਵਾਹਿਗੁਰੂ ਦੇ ਨਾਮ ਦੇ ਰਾਹੀਂ ਉਹਨਾਂ ਦੇ ਮਨਾਂ ਦੇ ਵਿੱਚ ਸੰਤੋਖ ਆ ਜਾਂਦਾ ਹੈ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ। ਜੋ ਪੌਰਾਣਿਕ ਕਹਾਣੀ ਹੈ ਕਿ ਧਰਤੀ ਨੂੰ ਇੱਕ ਬਲਦ ਨੇ ਆਪਣੇ ਸਿੰਗਾਂ ਦੇ ਉੱਪਰ ਚੁੱਕਿਆ ਹੋਇਆ ਹੈ, ਇਸ ਪੌਰਾਣਿਕ ਕਹਾਣੀ ਦਾ ਗੁਰੂ ਨਾਨਕ ਸਾਹਿਬ ਜੀ ਇੱਥੇ ਖੰਡਨ ਕਰਦੇ ਹਨ ਤੇ ਦੱਸਦੇ ਹਨ ਕਿ ਧਰਤੀ ਤਾਂ ਹੋਰ ਬਹੁਤ ਹੈ, ਪਰੇ ਤੋਂ ਪਰੇ ਹੈ, ਬੇਅੰਤ ਹੈ, ਕਿ ਉਸ ਧਰਤੀ ਦਾ ਜੋ ਸਭ ਤੋਂ ਅਖੀਰਲੀ ਧਰਤੀ ਹੈ ਉਹਦੇ ਉੱਪਰ ਫਿਰ ਕਿਸ ਦਾ ਆਸਰਾ ਹੈ, ਕਿਸ ਤੇ ਆਸਰੇ ਉਹ ਖੜੀ ਹੈ। ਜੇ ਕੋ ਬੁੱਝੈ ਹੋਵੈ ਸਚਿਆਰ, ਜਿਸ ਵਾਹਿਗੁਰੂ ਨੇ, ਜਿਸ ਮਨੁੱਖ ਨੇ ਵਾਹਿਗੁਰੂ ਪਰਮੇਸ਼ਰ ਨੂੰ ਬੁੱਝ ਲਿਆ ਹੈ ਉਹੀ ਸਚਿਆਰ ਹੁੰਦਾ ਹੈ। ਉਸ ਦੇ ਵਿੱਚ ਹੀ ਸੱਚੇ ਗੁਣ ਉਸ ਦੇ ਮਨ ਦੇ ਵਿੱਚ ਆ ਜਾਂਦੇ ਹਨ, ਉਹ ਹੀ ਸਚਿਆਰ ਬਣਦਾ ਹੈ। ਤੇ ਅਗਲੇ ਗੁਰੂ ਮਹਾਰਾਜ ਦੱਸਦੇ ਹਨ ਕਿ ਧਵਲੇ ਉੱਪਰ, ਉਸ ਧੌਲ ਦੇ ਉੱਪਰ, ਉਸ ਬਲਦ ਦੇ ਉੱਪਰ ਕਿੰਨਾ ਕੁ ਭਾਰ ਹੈ, ਕਿਉਂਕਿ ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ।
ਜੋ ਪੌਰਾਣਿਕ ਕਹਾਣੀ ਦੇ ਅਨੁਸਾਰ ਕਿ ਧਰਤੀ ਬਲਦ ਦੇ ਉੱਪਰ ਖੜੀ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸ ਤਰ੍ਹਾਂ ਉਸ ਬਲਦ ਦੇ ਥੱਲੇ ਜਿਹੜੀ ਧਰਤੀ ਹੈ ਉਹਦੇ ਥੱਲੇ ਕੌਣ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਬੇਅੰਤ ਧਰਤੀਆਂ ਹਨ, ਉਹਨਾਂ ਦੇ ਥੱਲੇ, ਤਲੈ ਦਾ ਅਰਥ ਹੈ ਹੇਠਾਂ, ਤਿਸ ਤੇ ਭਾਰ ਤਲੈ ਕਵਣ ਜੋਰ, ਕਿ ਉਸ ਦੇ ਹੇਠਾਂ ਫਿਰ ਕਿਹੜੀ ਪਾਵਰ ਹੈ, ਕਿਸ ਦਾ ਜ਼ੋਰ ਹੈ ਜਿਸ ਦੇ ਆਸਰੇ ਧਰਤੀ ਖੜੀ ਹੈ। ਭਾਵ ਇਹ ਹੈ ਕਿ ਜੋ ਇਹ ਧਰਤੀ, ਬ੍ਰਹਿਮੰਡ, ਅਸਮਾਨ, ਜੋ ਕੁਝ ਵੀ ਦ੍ਰਿਸ਼ਟਮਾਨ ਸੰਸਾਰ ਹੈ, ਦ੍ਰਿਸ਼ਟਮਾਨ ਸੰਸਾਰ ਤੇ ਅਦ੍ਰਿਸ਼ਟਮਾਨ ਸੰਸਾਰ, ਜੋ ਸਾਨੂੰ ਦਿਸਦਾ ਸੰਸਾਰ ਹੈ ਤੇ ਜੋ ਸਾਨੂੰ ਉਹ ਸੰਸਾਰ ਜੋ ਦਿਸਦਾ ਨਹੀਂ ਹੈ, ਇਹ ਸਾਰਾ ਹੀ ਵਾਹਿਗੁਰੂ ਦੇ ਨਾਮ ਦੀ ਪਾਵਰ ਦੇ ਨਾਲ ਖੜਾ ਹੈ। ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਕਈ ਪ੍ਰਕਾਰ ਦੇ ਜੀ ਜੰਤ ਹਨ, ਵੱਖ-ਵੱਖ ਉਹਨਾਂ ਦੇ ਅਨੇਕਾਂ ਨਾਮ ਹਨ, ਉਹ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਹਨ। ਬੁੜੀ ਕਲਾਮ ਦਾ ਅਰਥ ਹੈ ਕਿ ਚੱਲਦੀ ਹੋਈ ਕਲਮ, ਜੋ ਕਲਮ ਕਦੇ ਰੁਕਦੀ ਨਹੀਂ ਹੈ। ਵਾਹਿਗੁਰੂ ਪਰਮੇਸ਼ਰ ਦੀ ਕਲਮ ਦੇ ਨਾਲ ਸਾਰਿਆਂ ਜੀਵਾਂ ਦੇ ਮੱਥੇ ਉੱਪਰ ਲੇਖਾ ਲਿਖਿਆ ਹੋਇਆ ਹੈ। ਉਸ ਲੇਖੇ ਦੇ ਅਧੀਨ ਹੀ ਸਭ ਜੀਵ ਇਸ ਧਰਤੀ ਤੇ ਆਉਂਦੇ ਹਨ, ਜਨਮ ਮਰਨ ਦੇ ਚੱਕਰਾਂ ਵਿੱਚ ਪੈਂਦੇ ਹਨ। ਇਹ ਵਾਹਿਗੁਰੂ ਪਰਮੇਸ਼ਰ ਦੀ ਖੇਡ ਹੈ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਇਹ ਜੋ ਲੇਖਾ ਹੈ ਵਾਹਿਗੁਰੂ ਨੇ ਸਭ ਜੀਵਾਂ ਦੇ ਸਿਰਾਂ ਉੱਪਰ ਲਿਖਿਆ ਹੈ। ਵਾਹਿਗੁਰੂ ਦੇ ਉਸ ਦੇ ਹੁਕਮ ਅਨੁਸਾਰ ਜੋ ਸ੍ਰਿਸ਼ਟੀ ਚੱਲ ਰਹੀ ਹੈ, ਉਹ ਲੇਖਾ ਜੋ ਲਿਖਿਆ ਹੈ, ਲੇਖਾ ਲਿਖਿਆ ਕੀਤਾ ਹੋਏ, ਉਹ ਲੇਖਾ ਲਿਖਿਆ ਨਹੀਂ ਜਾ ਸਕਦਾ ਕਿ ਕਿੰਨਾ ਵੱਡਾ ਲੇਖਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਉਸ ਕੇਤਾ ਦਾ ਅਰਥ ਹੈ ਕਿੰਨਾ, ਉਹ ਵਾਹਿਗੁਰੂ ਕਿੰਨਾ ਬਲਵਾਨ ਹੈ, ਕਿੰਨਾ ਸ਼ਕਤੀਸ਼ਾਲੀ ਹੈ। ਸਵਾਲਿਓ ਦਾ ਅਰਥ ਹੈ ਸੁੰਦਰ, ਕਿਤਨਾ ਉਸ ਦਾ ਸੁੰਦਰ ਸਰੂਪ ਹੈ, ਕਿੰਨੀਆਂ ਉਹਦੀਆਂ ਬੇਅੰਤ ਦਾਤਾਂ ਹਨ। ਜਾਣੈ ਕੌਣ ਕੂਤ, ਕੂਤ ਦਾ ਅਰਥ ਹੈ ਅੰਦਾਜ਼ਾ। ਕੌਣ ਅੰਦਾਜ਼ਾ ਲਾ ਸਕਦਾ ਹੈ ਕਿ ਵਾਹਿਗੁਰੂ ਦੀਆਂ ਦਾਤਾਂ ਕਿੱਡੀਆਂ ਵੱਡੀਆਂ ਹਨ, ਕਿੰਨਾ ਉਹ ਬੇਅੰਤ ਹੈ, ਕਿੰਨਾ ਉਹ ਬਲਵਾਨ ਹੈ, ਕਿੰਨਾ ਉਹ ਸੁੰਦਰ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਇਸ ਬ੍ਰਹਿਮੰਡ ਦੀ ਰਚਨਾ ਕਿਵੇਂ ਹੋਈ, ਇਸ ਬਾਰੇ ਗੁਰੂ ਸਾਹਿਬ ਇੱਥੇ ਇਸ਼ਾਰਾ ਕਰਦੇ ਹਨ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜੋ ਇਹ ਸਾਰਾ ਪਸਾਰਾ ਸਾਨੂੰ ਦਿਸਦਾ ਹੈ, ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਅਰਥ ਹੈ ਬੋਲ। ਇੱਕ ਵਾਹਿਗੁਰੂ ਪਰਮੇਸ਼ਰ ਦੇ ਇੱਕ ਬੋਲ ਤੋਂ ਹੀ ਇਹ ਸਾਰਾ ਪਸਾਰਾ ਪੈਦਾ ਹੋ ਗਿਆ। ਤਿਸ ਤੇ ਹੋਏ ਲਖ ਦਰਿਆਓ, ਤੇ ਲੱਖਾਂ ਦਰਿਆ ਉਸ ਵਾਹਿਗੁਰੂ ਦੀ ਹੋਂਦ ਤੋਂ ਪੈਦਾ ਹੋਏ। ਭਾਵ ਹੈ ਕਿ ਵਾਹਿਗੁਰੂ ਨੇ ਸਾਰਾ ਜੋ ਸੰਸਾਰ ਹੈ, ਜੋ ਸਾਰੀ ਸ੍ਰਿਸ਼ਟੀ ਹੈ, ਉਹ ਅਕਾਲ ਪੁਰਖ ਨੇ ਰਚੀ ਹੈ। ਉਸ ਦੇ ਇੱਕ ਬੋਲ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਲੱਖਾਂ ਦਰਿਆ ਪੈਦਾ ਹੋਏ ਹਨ, ਤੇ ਇਸੇ ਤਰ੍ਹਾਂ ਦਰਿਆਵਾਂ ਤੋਂ, ਪਾਣੀ ਤੋਂ ਅੱਗੇ ਜ਼ਿੰਦਗੀ ਪੈਦਾ ਹੋਈ ਹੈ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ। ਉਸ ਵਾਹਿਗੁਰੂ ਦੀ ਕੁਦਰਤ ਦਾ ਕੀ ਵਿਚਾਰ ਕੀਤੀ ਜਾ ਸਕਦੀ ਹੈ, ਕਿੰਨਾ ਬਿਆਨ ਕੀਤਾ ਜਾ ਸਕਦਾ ਹੈ। ਭਾਵ ਬਿਆਨ ਨਹੀਂ ਕੀਤਾ ਜਾ ਸਕਦਾ। ਵਾਰਿਆ ਨਾ ਜਾਵਾਂ ਇੱਕ ਵਾਰ, ਕਿ ਮੈਂ ਤਾਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਇੱਕ ਵਾਰੀ ਵੀ ਬਲਿਹਾਰ ਹੀ ਨਹੀਂ ਜਾ ਸਕਦਾ। ਭਾਵ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਉਸ ਦਾ ਜੋ ਪਸਾਰਾ ਹੈ ਬਹੁਤ ਵੱਡਾ ਹੈ, ਮਨੁੱਖ ਦੀ ਸਮਝ ਤੋਂ ਬਾਹਰ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਪਰਮੇਸ਼ਰ ਜੀਓ, ਜੋ ਆਪ ਜੀ ਨੂੰ ਭਾਵੈ ਉਹੀ ਕਾਰ ਜੋ ਚੰਗੀ ਹੈ, ਉਹੀ ਕੰਮ ਚੰਗਾ ਹੈ। ਜੋ ਆਪ ਜੀ ਨੂੰ ਭਾਉਂਦਾ ਹੈ, ਜੋ ਆਪ ਜੀ ਦੇ ਭਾਵਨਾ ਦੇ ਵਿੱਚ ਜੋ ਆਪ ਜੀ ਨੂੰ ਚੰਗਾ ਲੱਗਦਾ ਹੈ, ਉਹੀ ਸੰਸਾਰ ਦੇ ਵਿੱਚ ਵਾਪਰਦਾ ਹੈ। ਇਹ ਵਾਹਿਗੁਰੂ ਨਿਰੰਕਾਰ, ਤੂੰ ਸਦਾ ਸਲਾਮਤ ਹੈ, ਤੂੰ ਸਦਾ ਰਹਿਣ ਵਾਲਾ ਹੈ। ਬਾਕੀ ਜੋ ਸ੍ਰਿਸ਼ਟੀ ਹੈ, ਜੋ ਆਪ ਜੀ ਨੇ ਰਚੀ ਹੈ ਵਾਹਿਗੁਰੂ ਪਰਮੇਸ਼ਰ ਨੇ, ਇਹ ਸ੍ਰਿਸ਼ਟੀ, ਇਹ ਬ੍ਰਹਿਮੰਡ ਦ੍ਰਿਸ਼ਟਮਾਨ ਹੈ, ਸਗਲ ਮਥੇਨਾ। ਜੋ ਸਾਨੂੰ ਦ੍ਰਿਸ਼ਟਮਾਨ ਸ੍ਰਿਸ਼ਟੀ ਦਿਸਦੀ ਹੈ, ਇਹ ਮਿਥਿਆ ਹੈ, ਇਹ ਝੂਠ ਹੈ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ।
ਇਹ ਸਿਰਫ ਸਾਨੂੰ ਇੱਕ ਸੁਪਨੇ ਦੀ ਨਿਆਈ ਹੈ। ਮਹਾਰਾਜ ਨੇ ਆਖਿਆ ਹੈ ਕਿ ਜੈਸੇ ਸੁਪਨਾ ਹੈ ਇਸੇ ਤਰ੍ਹਾਂ ਹੀ ਇਹ ਸੰਸਾਰ ਹੈ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਸੋ ਸੰਸਾਰ ਤਾਂ ਸੁਪਨੇ ਦੀ ਨਿਆਈ ਹੈ, ਪਰ ਵਾਹਿਗੁਰੂ ਪਰਮੇਸ਼ਰ ਹੈ ਜੋ ਸਦਾ ਸਲਾਮਤ ਹੈ। ਉਹ ਸਦਾ ਸਲਾਮਤ ਰਹੇਗਾ, ਕਿਉਂਕਿ ਜਿਵੇਂ ਗੁਰੂ ਮਹਾਰਾਜ ਜੀ ਨੇ ਪਹਿਲਾਂ ਹੀ ਦੱਸਿਆ ਹੈ ਕਿ ਉਹ ਆਦਿ ਸੱਚ ਹੈ। ਉਦੋਂ ਵੀ ਵਾਹਿਗੁਰੂ ਦੀ ਹੋਂਦ ਮੌਜੂਦ ਸੀ, ਜਦੋਂ ਇਹ ਸ੍ਰਿਸ਼ਟੀ ਇਹ ਬ੍ਰਹਿਮੰਡ ਮੌਜੂਦ ਨਹੀਂ ਸੀ। ਜੁਗਾਦ ਸੱਚ, ਜਦੋਂ ਯੁੱਗਾਂ ਦੀ ਸ਼ੁਰੂਆਤ ਹੋਈ, ਜਦੋਂ ਧਰਤੀ ਦਰਿਆ ਇਹ ਸੰਸਾਰ ਬਣਿਆ, ਉਦੋਂ ਵੀ ਵਾਹਿਗੁਰੂ ਮੌਜੂਦ ਸੀ। ਹੈ ਭੀ ਸੱਚ, ਹੁਣ ਵੀ ਮੌਜੂਦ ਹੈ। ਨਾਨਕ ਹੋਸੀ ਭੀ ਸੱਚ, ਆਉਣ ਵਾਲੇ ਸਮੇਂ ਦੇ ਵਿੱਚ ਵੀ ਮੌਜੂਦ ਰਹੇਗਾ। ਉਹ ਸਦਾ ਸਲਾਮਤ ਰਹੇਗਾ, ਇਸ ਕਰਕੇ ਉਹ ਸਦਾ ਸਲਾਮਤ ਹੈ। ਨਿਰੰਕਾਰ ਜੋ ਪਰਮੇਸ਼ਰ ਹੈ ਉਹ ਸਦਾ ਸਲਾਮਤ ਹੈ, ਇਸ ਕਰਕੇ ਉਸ ਦਾ ਹੀ ਅਸੀਂ ਨਾਮ ਜਪਣਾ ਹੈ। ਉਸ ਵਾਹਿਗੁਰੂ ਨੂੰ ਯਾਦ ਰੱਖਣਾ ਹੈ, ਆਪਣੇ ਮਨ ਦੇ ਵਿੱਚ ਵਸਾਉਣਾ ਹੈ। ਵਾਹਿਗੁਰੂ ਸੱਚੇ ਪਰਮੇਸ਼ਰ ਨੂੰ ਅਸੀਂ ਆਪਣੇ ਮਨ ਦੇ ਵਿੱਚ ਵਸਾ ਸਕੀਏ ਜੀ, ਇਹੋ ਸਾਡੀ ਅਰਦਾਸ ਹੈ। ਇਸ ਪੌੜੀ ਦੀ ਇੱਥੇ ਹੀ ਵਿਚਾਰ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।